ਕਮਾਂਡੈਂਟ ਸਾਹਿਬ ਤੁਸੀਂ ਪਹਿਲੀ ਵਾਰੀ ਫਸਟ ਵਿਜ਼ਿਟ ਹੈ ਤੁਹਾਡੀ ਤੇ ਕਿੱਦਾਂ ਰਹੀ? ਕੀ ਤੁਸੀਂ ਐਕਸਪੀਰੀਅੰਸ ਹੈ ਤੁਹਾਡਾ? ਅਸਲ 'ਚ ਇਹ ਜੋ ਮੇਰਾ ਵਿਜ਼ਿਟ ਫਸਟ ਵਿਜ਼ਿਟ ਸੀ, ਬਹੁਤ ਸਾਲਾਂ ਤੋਂ ਸੁਣ ਰਹੇ ਸੀ ਵੀ ਕੰਸ਼ੀ ਗੱਡੀ ਜਾਂਦੀ ਹੈ ਡੇਰਾ ਸੰਤ ਸਰਬਦਾਸ ਜੀ ਡੇਰਾ ਸੱਚਖੰਡ ਬਰਨਾਲਾ ਹਰ ਸਾਲ ਸੰਗਤ ਦੇ ਦਰਸ਼ਨ ਕਰਵਾਉਣ ਵਾਸਤੇ ਇੱਕ ਸਪੈਸ਼ਲ ਟ੍ਰੇਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗੋਬਿੰਦਪੁਰ ਲੈ ਕੇ ਜਾਂਦੇ ਜੀ। ਬੜੀ ਦਿਲ 'ਚ ਤਮੰਨਾ ਸੀ ਜਾ ਕੇ ਇੱਕ ਵਾਰੀ ਅਸੀਂ ਵੀ ਦੇਖੀਏ, ਲੇਕਿਨ ਕੁਛ ਡਿਪਾਰਟਮੈਂਟ ਦੀਆਂ ਪ੍ਰੋਬਲਮਾਂ ਜਾਂ ਡਿਪਾਰਟਮੈਂਟ ਦੀਆਂ ਕੁਝ ਆਪਣੀਆਂ ਪ੍ਰੋਬਲਮ ਸਮੱਸਿਆ ਕਰਕੇ ਪਿਛਲੇ ਕਈ ਸਾਲਾਂ ਤੋਂ ਉੱਥੇ ਨਹੀਂ ਜਾ ਸਕੇ। ਅੱਜ ਪਹਿਲਾ ਮੌਕਾ ਮਿਲਿਆ, ਸਤਿਗੁਰੂ ਦੀ ਕਿਰਪਾ ਹੋਈ, ਉਹਨੇ ਮੌਕਾ ਦਿੱਤਾ ਉੱਥੇ ਜਾ ਕੇ ਦੇਖਿਆ। ਲੇਕਿਨ ਜੋ ਉੱਥੇ ਸਿਸਟਮ ਦੇਖਿਆ ਜਾ ਕੇ 6 ਦਿਨ ਜਾਂ 5 ਦਿਨ ਦੇ ਸਟੇ ਦੇ ਵਿੱਚ ਸ਼ੁਰੂ ਤੋਂ ਲੈ ਕੇ ਜਦੋਂ ਗੱਡੀ ਟ੍ਰੇਨ ਚੱਲੀ, ਹਰ ਟ੍ਰੇਨ ਦੇ ਡੱਬੇ ਦੇ ਵਿੱਚ ਸੇਵਾਦਾਰ ਦੇ ਨੇ। ਕਿਸੇ ਵੀ ਸ਼ਰਧਾਲੂ ਨੂੰ ਇਹ ਨਹੀਂ ਸੀ ਪੁੱਛਣ ਦੀ ਲੋੜ ਮੈਂ ਕਿੱਥੇ ਬੈਠਾ। ਹਰ ਸ਼ਰਧਾਲੂ ਦਾ ਜੋ ਵੀ ਸ਼ਰਧਾਲੂ ਜਾਣਾ ਸੀ ਉਹਦਾ ਡੱਬਾ ਨਿਯੁਕਤ ਸੀ। ਮੈਂ ਇਸ ਡੱਬੇ ਜਾਣਾ ਮੇਰੀ ਆਸ ਸੀ। ਔਰ ਜਦੋਂ ਇਹ ਟ੍ਰੇਨ ਚੱਲੀ ਔਰ ਜੋ ਸੰਗਤ ਆਈ ਸੰਤ ਨਿਰੰਜਨ ਦਾਸ ਜੀ ਸੰਤ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਨੂੰ ਟ੍ਰੇਨ ਦੇ ਵਿੱਚ ਬਿਠਾਉਣ ਲਈ, ਉਹ ਜਿਹੜਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਉਹ ਜ਼ਿੰਦਗੀ 'ਚ ਪਹਿਲੀ ਵਾਰ ਮਿਲਿਆ। ਕਿਉਂਕਿ ਉਹ ਨਜ਼ਾਰਾ ਅਲੱਗ ਹੀ ਕਿਸਮ ਦਾ ਨਜ਼ਾਰਾ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਸੰਤ ਨਿਰੰਜਨ ਮਹਾਰਾਜ ਜੀ ਨੂੰ ਟ੍ਰੇਨ ਦੇ ਵਿੱਚ ਬਿਠਾ ਕੇ ਗਏ ਔਰ ਟ੍ਰੇਨ ਸਮੂਥਲੀ ਚੱਲੀ। ਉਹ ਟ੍ਰੇਨ ਦੇ ਜਿਹੜਾ ਸ਼ੁਰੂ ਤੋਂ ਲੈ ਕੇ ਹੁਣ ਮੈਂ ਤੁਹਾਨੂੰ ਜਿਹੜਾ ਇੱਕ ਦੱਸਦਾ ਵੀ ਟ੍ਰੇਨ ਦੇ ਵਿੱਚ ਹਰ ਸਿਸਟਮ ਜੋ ਇੱਕ ਸਿਸਟਮ ਹੁੰਦਾ, ਉਹ ਸਿਸਟਮ ਦੇ ਮੁਤਾਬਕ ਟ੍ਰੇਨ ਦੇ ਵਿੱਚ ਹਰ ਸ਼ਰਧਾਲੂ ਨੂੰ ਬੈਠਣ ਦਾ ਤੇ ਸੌਣ ਦਾ ਪੂਰਾ ਅਰੇਂਜਮੈਂਟ ਕਰ ਗਿਆ ਸੀ। ਔਰ ਕੋਈ ਵੀ ਡੇਰੇ ਵੱਲੋਂ ਇਹੋ ਜਿਹੀ ਕੋਈ ਕਮੀ ਨਹੀਂ ਛੋੜੀ ਗਈ ਜਾਣੇ ਵਾਲੇ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਤਕਲੀਫ ਹੋ। ਔਰ ਜਿਸ ਤਰ੍ਹਾਂ ਬਨਾਰਸ ਅਸੀਂ ਉਤਰਨ ਤੋਂ ਬਾਅਦ ਰੇਲਵੇ ਸਟੇਸ਼ਨ ਦੇਖਦਾ ਵਹਾਂ 40 ਬੱਸਾਂ ਲੱਗੀ ਹੋਈ ਸੀ ਸ਼ਰਧਾਲੂਆਂ ਨੂੰ ਲਿਜਾਣ ਵਾਸਤੇ। 40 ਬੱਸ ਸ਼ਰਧਾਲੂ ਨੂੰ ਲਿਜਾਣ ਵਾਸਤੇ, ਜਿਨ੍ਹਾਂ ਦਾ ਕਿ ਰਹਿਣ ਦਾ ਅਰੇਂਜਮੈਂਟ ਟਰਸਟ ਵੱਲੋਂ ਕੀਤਾ ਗਿਆ ਸੀ, ਡੇਰੇ ਵੱਲੋਂ ਕੀਤਾ ਗਿਆ ਸੀ। ਕੁਝ ਸ਼ਰਧਾਲੂ ਸੰਤ ਸਰਬਦਾਸ ਜੀ ਯਾਤਰੀ ਨਿਵਾਸ ਵਿੱਚ ਠਹਿਰੇ, ਕੁਝ ਸ਼ਰਧਾਲੂ ਜਾ ਕੇ ਡੇਰੇ ਦੇ ਆਪਣੇ ਜਨਮ ਸਥਾਨ ਸ਼ਹੀਦ ਆਪਣੇ ਗਨਾਸ ਦੇ ਵਿੱਚ ਆਪਣੇ ਆਪਣੇ ਤੌਰ 'ਤੇ ਕਮਰੇ ਲੈ ਕੇ ਰਹੇ, ਕੁਝ ਹੋਟਲਾਂ ਦੇ ਵਿੱਚ। ਲੇਕਿਨ ਜੋ ਡੇਰੇ ਵੱਲੋਂ 40 ਬੱਸਾਂ ਦਾ ਅਰੇਂਜਮੈਂਟ ਕੀਤਾ ਗਿਆ ਸੀ ਤਾਂ ਕਿ ਸ਼ਰਧਾਲੂ ਜੋ ਪੰਜਾਬ ਤੋਂ ਆਏ ਉਹ ਆ ਕੇ ਆਪਣਾ ਠੀਕ ਤਰ੍ਹਾਂ ਆਰਾਮ ਕਰਨ ਔਰ ਸਵੇਰੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ 'ਤੇ ਜਾ ਕੇ ਆਪਣਾ ਮੱਥਾ ਟੇਕਣ। ਇਸ ਤੋਂ ਇਲਾਵਾ ਜਦੋਂ ਉੱਥੇ ਪਹੁੰਚੇ ਔਰ ਉੱਥੇ ਦੇਖਿਆ ਕਿਸ ਤਰ੍ਹਾਂ ਇੱਕ ਮੈਂ ਪ੍ਰਸ਼ਾਸਨ ਦਾ ਆਦਮੀ ਹੈ, ਪ੍ਰਸ਼ਾਸਨ ਦੇ ਵਿੱਚ ਬਹੁਤ ਸਾਲ ਹੋ ਗਏ ਮੈਨੂੰ ਰਹਿੰਦੇ। ਕੀ ਕਰਦੇ ਤੁਸੀਂ? ਮੈਂ BSF ਕਮਾਂਡੈਂਟ ਮਤਲਬ ਅਸੀਂ ਬੜੇ ਫੰਕਸ਼ਨ ਬੜੀ VIP ਡਿਊਟੀਆਂ ਕਰਦੇ ਪੈਂਦੀਆਂ ਵਿੱਚ ਕਰਨੀਆਂ ਪੈਂਦੀਆਂ, ਇਲੈਕਸ਼ਨ ਡਿਊਟੀਆਂ ਵੀ ਪੈਂਦੀਆਂ। ਲੇਕਿਨ ਜਿਹੜੇ ਸੇਵਾਦਾਰਾਂ ਦੇ ਵਿੱਚ ਜਜ਼ਬਾ ਸੀ ਔਰ ਜਿਹੜਾ ਸੇਵਾਦਾਰਾਂ ਦਾ ਡਿਸਿਪਲਿਨ ਸੀ, ਜੋ ਸੇਵਾਦਾਰਾਂ ਦੁਆਰਾ ਸੰਗਤ ਨੂੰ ਕੰਟਰੋਲ ਕਰਨ ਦਾ ਤਰੀਕਾ ਸੀ, ਅਲੌਕਿਕ ਤਰੀਕਾ ਸੀ, ਜਿਹਦੇ ਵਿੱਚ ਇੱਕ 20% ਕਿਸੇ ਕਿਸਮ ਦੀ ਕੋਈ ਵੀ ਕੋਤਾਹੀ ਨਹੀਂ ਸੀ, ਕਿਸੇ ਵੀ ਕਿਸਮ ਦੀ ਲਾਪਰਵਾਹੀ ਨਹੀਂ ਸੀ। ਔਰ ਉਹ ਧੰਨ ਨੇ ਸੇਵਾਦਾਰ ਜਿਹੜੇ ਪਿਛਲੇ 18 ਘੰਟੇ ਡਿਊਟੀ ਦੇ ਕੇ ਆਪਣੀ ਡਿਊਟੀ ਨਿਭਾ ਰਹੇ ਸੀ ਜੀ। ਔਰ ਕਿਸੇ ਵੀ ਸੇਵਾਦਾਰ ਦੇ ਮੂੰਹ ਤੇ ਸ਼ਿਕਨ ਨਹੀਂ ਸੀ ਮੈਨੂੰ ਇੰਨੇ ਦਿਨ ਇੰਨੇ ਘੰਟੇ ਹੋ ਗਏ ਡਿਊਟੀ ਕਰਦੇ ਆ, ਮੈਂ ਇਹ ਨਹੀਂ ਕਰ ਸਕਦਾ। ਉਸ ਤੋਂ ਬਾਅਦ ਬੇਦੀ ਸਾਹਿਬ ਜਦ ਉੱਥੇ ਪਹੁੰਚੇ, ਰਾਤ ਨੂੰ ਪਹੁੰਚੇ, ਸਾਰਾ ਦੇਖਿਆ, ਸਵੇਰੇ ਯਾਤਰੀ ਨਿਵਾਸ ਤੋਂ ਨਿਕਲ ਗਏ। ਫਿਰ ਉਸ ਤੋਂ ਬਾਅਦ ਜਿੱਥੇ ਰਹਿਣ ਦਾ ਸੰਗਤ ਵਾਸਤੇ ਅਰੇਂਜਮੈਂਟ ਕੀਤਾ ਸੀ, ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਐਸਾ ਨਹੀਂ ਦੇਖਿਆ ਵੀ ਸੰਗਤ ਨਹੀਂ ਹੈ। ਜਦ ਮੈਂ ਪੰਡਾਲਾਂ ਦੇ ਵਿੱਚ ਉੱਥੇ ਦੇਖਿਆ ਜਿੱਥੇ ਰਹਿਣ ਦਾ ਪ੍ਰਬੰਧ ਕੀਤਾ ਗਿਆ, ਡੇਰੇ ਦੇ ਵੱਲੋਂ ਐਡਾ ਬਹੁਤ ਵਧੀਆ ਪ੍ਰਬੰਧ ਰਹਿਣ ਦਾ ਕੀਤਾ ਗਿਆ ਸੀ ਕਿ ਉਹਦੇ ਵਿੱਚ ਹਰ ਸਟੇਟ ਦੇ ਆਦਮੀ ਮਿਨੀ ਇੰਡੀਆ ਹੈ, ਕਿਉਂਕਿ ਮੈਂ ਪੂਰਾ ਇੰਡੀਆ ਘੁੰਮ ਰੱਖਿਆ ਤੇ 3 ਸਟੇਟਾਂ ਨਹੀਂ ਹੈ। ਉੱਥੇ ਕੇਰਲਾ ਵਾਲੀ ਸੰਗਤ ਦਾ ਟੈਂਟ ਅਲੱਗ ਸੀ, ਉੱਤਰਾਖੰਡ ਦੀ ਸੰਗਤ ਅਲੱਗ ਸੀ, ਮੱਧ ਪ੍ਰਦੇਸ਼ ਦਾ ਅਲੱਗ ਸੀ, ਪੰਜਾਬ ਦਾ ਅਲੱਗ ਸੀ, ਹਰਿਆਣੇ ਦਾ ਅਲੱਗ ਸੀ ਜੀ। ਇੱਥੇ ਤੱਕ ਕਿ ਉੱਥੇ ਜੋ ਸੰਗਤ ਅਸਾਮ ਤੱਕ ਤੋਂ ਵੀ ਇੱਧਰ ਆ ਰੱਖੀ, ਬੰਗਾਲ ਤੱਕ ਤੋਂ, ਉਹ ਵੀ ਆਪਣੇ ਪੰਡਾਲਾਂ ਦੇ ਵਿੱਚ। ਲੇਕਿਨ ਇੱਕ ਛੋਟੀ ਜਿਹੀ ਬਾਹਰ ਉੱਥੇ ਇਹ ਕਮੀ ਨਹੀਂ ਹੈ, ਸ਼ਾਇਦ ਜਾਂ ਨਹੀਂ ਪਹੁੰਚ ਸਕੇ। ਕੋਈ ਜੰਮੂ ਕਸ਼ਮੀਰ ਦਾ ਉੱਥੇ ਇੱਕ ਟੈਂਟ ਨਹੀਂ ਲੱਗਿਆ, ਲੇਕਿਨ ਸੰਗਤ ਆਈ ਹੋਗੀ ਜ਼ਰੂਰ।
लेकिन टेंट जम्मू होगा कश्मीर- दूसरी तरफ था ना? शायद हाँ, दूसरी हाँ, तरफ होगा, वो नहीं हाँ, मिला उधर। तो मतलब देखा तो सारी संगत वो ਇਹੋ मैं पूछा जाके कितना ठीक ठाक है, पूछे सारे तो वो बड़े बड़े ਅਸੀਂ ਬਹੁਤ ਆਰਾਮ ਤੇ ਹਨ ਔਰ ਕੇਰਲਾ ਵਾਲੇ ਉਹ ਵੀ ਆਪਣੀ ਭਾਸ਼ਾ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਗਾ ਰਹੇ ਸੀ, ਲੇਕਿਨ ਸਾਨੂੰ ਉਹਦੀ ਭਾਸ਼ਾ ਭਾਵੇਂ ਸਮਝ ਨਹੀਂ ਸੀ ਆਉਂਦੀ, ਲੇਕਿਨ ਜੋ ਉਹਨਾਂ ਦੀ ਭਾਵਨਾ ਸੀ ਉਹ ਪਿਆਰ ਉਹ ਸਾਨੂੰ ਬੜੀ ਅੱਛੇ ਲੌਕਿਕ ਤਰੀਕੇ ਨਾਲ ਸੀ। ਸਮਝ ਆ ਰਹੀ ਸੀ ਵੀ ਇਹਨਾਂ ਦੇ ਦਿਲਾਂ ਦੇ ਵਿੱਚ ਕਿੰਨੀ ਭਾਵਨਾ ਹੈ। ਹਾਂ ਉਸ ਤੋਂ ਬਾਅਦ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਆਏ ਔਰ ਲੰਗਰ ਦਾ ਪ੍ਰਬੰਧ, ਮੈਂ ਉੱਥੇ ਫਿਰ ਜਾ ਕੇ ਚੀਮਾ ਜੀ ਨੂੰ ਮਿਲਿਆ ਜਿਹੜੇ ਲੰਗਰ ਦੇ ਇੰਚਾਰਜ ਲੰਗਰ ਦਾ, ਔਰ ਚੀਮਾ ਜੀ ਪਿਛਲੇ ਕਈ ਦਿਨਾਂ ਤੋਂ ਆ ਕੇ ਬੈਠੇ ਹੋਏ ਸੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਔਰ ਇੰਨੀ ਸੰਗਤ ਦਾ ਲੰਗਰ ਕੋਈ ਵੀ ਭੁੱਖਾ ਉੱਥੋਂ ਨਹੀਂ ਹੈ। ਲੱਖਾਂ ਦੇ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਪਰ ਜੋ ਸੇਵਾ 15 ਦਿਨ ਤੋਂ ਚੱਲਦਾ। 15 ਦਿਨ ਤੋਂ ਲੰਗਰ ਚੱਲ ਰਿਹਾ ਸੀ। ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨੂੰ ਪੁੱਛਿਆ ਥੋੜਾ ਜਿਹਾ ਸੇਵਾ ਕਿੱਦਾਂ ਐਡਜਸਟ ਕਰਦੇ, ਫਿਰ ਉਹਨੇ ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ। ਤੇ stage- ਸਰ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਆ ਗਏ ਉਹ ਕੰਮ ਕਰਕੇ ਤਾਂ ਉਹਦੇ ਵਿੱਚ ਜਿਹੜੇ ਸੇਵਾਦਾਰ ਸੀ ਉਹ ਇੱਕ ਵਾਰੀ ਆ ਗਏ, ਉਹਨੇ ਮੱਥਾ ਟੇਕਿਆ। ਪਿਛਲੇ 4 ਦਿਨ ਤੋਂ ਲੰਗਰ ਦੇ ਵਿੱਚ ਹੀ ਹਾਲ ਦੀ ਸੇਵਾ ਕਰ ਰਹੇ, ਭਾਂਡੇ ਵਾਲੇ ਆਪਣੇ ਬਰਤਨ ਸਾਫ਼ ਕਰ ਰਹੇ ਸੀ, ਲੰਗਰ ਵਾਲੇ ਲੰਗਰ ਦੀ ਸੇਵਾ ਕਰ ਰਹੇ ਸੀ, ਆਪਣੀ ਜਗ੍ਹਾ ਤੋਂ ਹਿੱਲੇ ਨਹੀਂ, ਜਿਹੜੀ ਸਭ ਤੋਂ ਬੜੀ ਗੱਲ ਹੈ, ਕਿਉਂਕਿ ਇਹ ਪ੍ਰਸ਼ਾਸਨ ਨਹੀਂ ਕਰ ਸਕਦਾ। ਸਟੇਜ ਉਸ ਤੋਂ ਬਾਅਦ ਡੀਐਮ ਸਾਹਿਬ ਆਏ ਵਿੱਚ, ਅੱਛਾ। ਡੀਐਮ ਸਾਹਿਬ ਆਪਣੇ 13 ਡਿਪਾਰਟਮੈਂਟ ਸੀ ਉਹਦੇ ਨਾਲ, ਹਾਂ, ਪੂਰਾ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ। ਔਰ ਡੀਐਮ ਸਾਹਿਬ ਇਹ ਕਹਿ ਗਏ ਕਿ ਇਹਨਾਂ ਤੋਂ ਸਿੱਖੋ ਕੁਛ, ਕੀ ਬਾਤ ਹੈ। ਮਤਲਬ ਇਹ ਸੇਵਾਦਾਰ ਤੋਂ ਸਿੱਖੋ, ਇੰਨਾ ਪ੍ਰਭਾਵਿਤ ਇਹਨਾਂ ਐਪਰੀਸ਼ੀਏਟ ਕੀਤਾ ਔਰ ਡੀਐਮ ਸਾਹਿਬ ਨੇ ਜੀ ਇਹਨਾਂ ਦੇ ਤੋਂ ਸਿੱਖੋ ਤੁਸੀਂ ਕੁਛ। ਆਪਣਾ ਤਾਂ ਡਿਪਾਰਟਮੈਂਟ ਆਪਣਾ ਤਨਖਾਹ ਲੈਂਦੇ ਆ, ਪ੍ਰਭਾਵਿਤ ਹੋਏ ਪੂਰਾ ਪਰ ਇਹ ਜਿਹੜੇ ਆ ਨਾ ਇਹ ਤਾਂ ਸਾਰੇ ਬਿਨਾਂ ਤਨਖਾਹ ਔਰ ਸ਼ਰਧਾ ਦੇ ਨਾਲ ਇਹਨਾਂ ਤੋਂ ਸਿੱਖੋ। ਜੀ। ਉਸ ਤੋਂ ਬਾਅਦ ਪੰਡਾਲ ਦੇ ਵਿੱਚ ਇੰਨਾ ਵਧੀਆ ਅਰੇਂਜਮੈਂਟ ਸੀ ਸੰਗਤ ਦੇ ਬੈਠਣ ਦਾ ਕਿ ਉੱਥੇ ਵੀ ਲੱਖਾਂ ਦੀ ਤਾਦਾਦ 'ਚ ਸੰਗਤ ਬੈਠ ਸਕਦੀ ਸੀ, ਉਹ ਬਹੁਤ ਹੀ ਵਧੀਆ ਸੀ। ਔਰ ਜੋ ਪੰਡਾਲ ਦਾ ਸੰਚਾਲਨ ਸੀ ਜਿਹਦੇ ਵਿੱਚ ਕਿ ਪੋਲੀਟੀਕਲ ਲੀਡਰ ਵੀ ਆਏ, ਕੋਈ ਸਮਾਜਿਕ ਜੋ ਸਾਡੇ ਸਾਧੂ ਸਮਾਜ ਦੇ ਵੀ ਬੈਠੇ ਹੋਏ ਸੀ, ਸਾਡੇ ਸਾਧੂ ਸੰਤ ਸਮਾਜ ਸਾਰੇ, ਔਰ ਜਿਹੜਾ ਸਟੇਜ ਦਾ ਪ੍ਰੋਗਰਾਮ ਸੀ, ਪੋਲੀਟੀਕਲ ਬੰਦੇ ਹੈਡ ਆਫ ਦੀ ਤਕਰੀਬ ਸਾਰੇ ਆਏ। ਬਹੁਤ ਤਕਰੀਬਨ ਪਾਰਟੀਆਂ ਦਾ ਤਾਂ ਨਾਂ ਨਹੀਂ ਲੈਂਦਾ, ਵੀ ਤਕਰੀਬਨ ਸਾਰੇ ਆਏ। ਮੇਨ ਪਾਰਟੀਆਂ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ, ਉਹਨਾਂ ਦੇ ਪ੍ਰੈਜ਼ੀਡੈਂਟ ਵੀ ਆਏ, ਸਾਬਕਾ ਪ੍ਰੈਜ਼ੀਡੈਂਟ ਵੀ ਆਏ, ਜਨਰਲ ਸਕੱਤਰ ਵੀ ਆਏ, ਕਿਆ ਬਾਤ। ਮੁੱਖ ਮੰਤਰੀ ਵੀ ਆਏ। ਉਸ ਤੋਂ ਬਾਅਦ ਜਿਹੜੀ ਸਭ ਤੋਂ ਇੱਕ ਹੋਰ ਬੜੀ ਗੱਲ ਹੋਈ, ਅੱਜ ਮੁੱਖ ਮੰਤਰੀ ਦੋਨਾਂ ਸੇ ਜੋ ਪੰਜਾਬ ਦੇ ਸੀਐਮ ਸਾਹਿਬ ਸੀ, ਉਹ ਰਾਤ ਨੂੰ 4:30 ਵਜੇ ਆ ਗਏ। ਕੀ ਬਾਤ। 4:30 ਕਿਸੇ ਨੂੰ ਪਤਾ ਹੀ ਨਹੀਂ ਸੀ, ਲੇਕਿਨ ਜੋ ਉਹ ਆਪਣਾ ਪ੍ਰਭਾਵ ਛੱਡ ਕੇ ਗਏ, ਸ਼ਾਇਦ ਉਹ ਇੱਕ मैं तो अलौकिक प्रभावों में कहूँगा, क्योंकि इस तरह से कि वो सीधे आए सिक्योरिटी शेड पर आप बैठे आके गुरु घर च मत्था टेकिया, अपनापन महसूस मैं अपने लोगों के विच। उस तो बाद वो सारे पंडालों के विच गए जिथे जिथे लोग ठहरे सी, लंगर हाल च गए, सारे ने पूछा भी ठीक ठाक है, और लोगों के विच इन्ना उन्हों का प्रभाव गया कि सीएम इन्ना सीधा साधा और इन्ना, क्योंकि वो साडे विचों ही वो साडी समस्या जानते। हाँ तो बाद जोगी जी भी आए। उस तो बाद जब वो चले गए फिर 6:45 बजे चले गए। उस तो बाद फिर सीएम उत्तर प्रदेश आदित्यनाथ जोगी जी आए, वो भी अपना मत्था टेका और चले गए। उसके बाद फिर जनरल सकत्तर प्रियंका गांधी आई, वो देखा सी, राहुल गांधी साबका प्रेजिडेंट कांग्रेस के वो आए, वो भी स्टेज पर बैठे, उन्होंने भी अपनी मतलब जो देखा जाए ये जोड़ा हम अभी वापस जा रहे हैं 5 दिन के प्रोग्राम तो बाद डेरे के ट्रस्टी और डेरे वालों इतना बड़ा इंतजाम और एडे एडे लखा की तादाद के संगत को संभालना कोई आसान काम मेरे हिसाब मैं अपने हिसाब में कहना मेरा सोचना है भी इन्ना कोई सौखा काम नहीं है। और संगत भी इन्ने डिसिपलिन के कि उत्थे साड़ियाँ बच्चियाँ भी सी, साड़ियाँ बीबियाँ भी सी, संगत भी सी, बाहरों भी आए, कोई है फॉरन तो भी फॉरन दे। सब तो बड़ी गल ये है तकलीफ सह के भी लो एडी दूरों फॉरन दे विचों अज इहो जिहा दौर चल रहा जिहदे विच कोई फॉरन तो नहीं आता, लेकिन फिर भी सतगुरु रविदास दी चरणों नाल शरधा रखने वाले लोग जिहड़े संगत फॉरन तो हर मिनी वर्ल्ड बोलो, आप तो मिनी इंडिया की गल, मैं तो मिनी वर्ल्ड की क्या बात है, मिनी वर्ल्ड मैं तो कहूँगा, क्योंकि पूरे संसार दे विच जिथे भी मेरी कम्युनिटी है, जिथे भी साडी कम्युनिटी है, उस कम्युनिटी नूं अज दे दिन नूं असीं याद करदे हां भी कदों दिन आउंदा ते कदे असीं जाके ते नतमस्तक होइए। तो पूरी कम्युनिटी जिहड़ी सी
ਮੇਰੇ ਸਮਾਜ ਦੀ ਪੂਰੀ ਕਮਿਊਨਿਟੀ ਮਿੰਨੀ ਵਰਲਡ, ਚਾਹੇ ਉਹਦੇ ਵਿੱਚ ਅਮਰੀਕਾ ਸੀ, ਇੰਗਲੈਂਡ ਸੀ, ਜਰਮਨੀ, ਆਸਟ੍ਰੇਲੀਆ, ਤੁਹਾਨੂੰ ਦੁਬਈ, ਨਹੀਂ, ਤੁਸੀਂ ਮਤਲਬ ਤੇ ਅਰਬ ਦੇ ਜਿੰਨੇ ਕੰਟਰੀ ਜਾਂ ਜਿੱਥੇ ਵੀ ਮੇਰੀ ਕੌਮ ਦੇ ਲੋਕ ਬੈਠੇ ਨੇ, ਉਹ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਇੰਨੀਆਂ ਮਤਲਬ ਪਾਬੰਦੀਆਂ ਹੋਣ ਦੇ ਬਾਵਜੂਦ ਵੀ, ਕਿਉਂਕਿ ਅੱਜ ਉਹ ਦੌਰ ਚੱਲ ਰਿਹਾ ਬੜਾ ਪਾਬੰਦੀਆਂ ਦਾ, ਆਉਂਦੇ ਬਾਹਰ ਆਉਂਦੇ ਪਹਿਲੇ RT-PCR ਕਰਾਓ, ਫਿਰ ਅੰਦਰ ਆਓ, ਫਿਰ ਮਤਲਬ ਉਹਨਾਂ ਨੂੰ ਪ੍ਰਵਾਹ ਨਹੀਂ ਚੀਜ਼ਾਂ ਨਹੀਂ ਕਰਦੇ। ਇਸ तो ਜੋ ਤੁਸੀਂ ਆਪਣੇ इन क्रक्स 3 लफ्ज़ों च या 4 लफ्ज़ों च हिंदी में बोलना क्या कहना चाहते हैं समाज को, क्या कैसा था डिसिप्लिन और डेडिकेशन और पूरा कंप्लीट कैसे, बल्कि आप क्यों बोलना चाहते हैं? मैं इसमें यही है कि कहूँगा कि सतगुरु स्वामी निरंजन दास महाराज जी रहनुमाई के अधीन जो ये एक फंक्शन, एक सतगुरु रविदास महाराज जी का प्रकाश उत्सव पूरे वर्ल्ड की, संसार की संगत के द्वारा मनाया गया है, ये एक अलौकिक तरीके से मनाया गया, जिसमें पूरे वर्ल्ड की, पूरे संसार की समाज के लोगों ने हिस्सा लिया। और जो इसको 108 संत सरदनदास डेरा सचखंड के बल्ला बल्ला एक अच्छी, पिछले बहुत सालों से अच्छी शुरुआत की है, और इसी को देखते हुए ये और भी बहुत प्रफुल्लित हो रहा है। और मैं एक और कहना चाहता हूँ कि ये हमारा पहले ये बात होती थी, हमारे पास कहाँ कुछ नहीं था, जिस कौम के पास 3 चीज़ें हो वो कौम कभी पीछे नहीं जाती। अब हमारे पास वो 3 ही चीज़ें हैं, हमारे पास निशान भी है, हमारे पास ग्रंथ भी है, हमारे पास गुरु का घर भी है। जिस कौम के पास ये 3 चीज़ें हुए, अगर वो कौम उसको अडॉप्ट कर ले, और आज हमारे पास रविदासिया धर्म भी है। अगर हम अपने आप को बचाना चाहते हैं, अगर मेरी अपनी सोच, अगर हम इसमें रहना चाहते हैं, तो हम सबको रविदासिया धर्म अपनाना पड़ेगा। हाँ। नहीं तो आने वाला समय, मैं सरकार में रहता हूँ, मैं आपको बताता हूँ, आने वाला समय हमारी कौम के लिए बहुत ही खतरनाक है। तो अगर आज हम यूनाइट नहीं हुए, आज हम इकट्ठे नहीं हुए, आज हम रविदासिया धर्म के अधीन होकर अपना कुछ नहीं बचा पाए, तो मेरी आने वाली पीढ़ी के लिए ये एक बहुत ही कठिनाई वाला दौर है। हम तो यहाँ पहुँच गए, लेकिन हो सकता आने वाली पीढ़ी को बहुत ही संघर्ष करना। जैसे आप कमांडेंट हैं, आप मैनेज करते हैं, आपके अधीन काफ़ी बहुत सारे मुलाजिम हैं जिनको आप डायरेक्शन देते हैं, ऐसा करना, फौज में जैसा होता है, तो आप क्या हमारे साथ मिलकर भी हमारा सहयोग करना चाहते हैं? ट्रस्ट का क्या आपकी प्लानिंग के बीच और